Attention Outlook। ਵਪਾਰ ਦਾ ਇੱਕ ਨਿਯਮ ਹੁੰਦਾ ਹੈ ਕਿ ਜੇਕਰ ਤੁਹਾਡੇ ਕੋਲ ਪੂੰਜੀ ਹੈ ਤਾਂ ਉਹਦੇ ਬਦਲੇ ਦੇ ਵਿੱਚ ਤੁਸੀਂ ਸੌਦਾ ਖਰੀਦ ਸਕਦੇ ਹੋ। ਜੇਕਰ ਤੁਸੀਂ ਕੋਈ ਸੌਦਾ ਵੇਚਦੇ ਹੋ ਤਾਂ ਉਹਦੇ ਬਦਲੇ ਦੇ ਵਿੱਚ ਪੂੰਜੀ ਲੈਂਦੇ ਹੋ। ਇੱਕ ਸੌਦੇ ਦੇ ਬਦਲੇ ਦੂਜਾ ਸੌਦਾ। ਦੁਨਿਆਵੀ ਵਪਾਰ ਦੇ ਵਿੱਚ ਉਧਾਰ ਵੀ ਹੋ ਜਾਂਦਾ ਹੈ, ਪਰ ਜੀਵਨ ਦੇ ਵਪਾਰ ਦੇ ਵਿੱਚ ਉਧਾਰ ਨਹੀਂ ਹੁੰਦਾ। ਸਾਹਾਂ ਦੀ ਪੂੰਜੀ ਕੋਲ ਹੈ ਤਾਂ ਜੀਵਨ ਦਾ ਸੌਦਾ ਸਾਡੇ ਕੋਲ ਹੈ। ਸਾਹਾਂ ਦੀ ਪੂੰਜੀ ਬਦਲੇ ਜੀਵਨ ਦਾ ਸੌਦਾ ਅਸੀਂ ਖਰੀਦਦੇ ਹਾਂ, ਪਰ ਉਸ ਜੀਵਨ ਦੇ ਵਿੱਚ ਆਨੰਦ ਨੂੰ ਜੇ ਖਰੀਦਣਾ ਹੋਵੇ ਤਾਂ ਕਿਹੜੀ ਪੂੰਜੀ ਚਾਹੀਦੀ ਹੈ ਤੇ ਉਹ ਪੂੰਜੀ ਕਿੰਝ ਹਾਸਲ ਕਰਨੀ ਹੈ। ਗੁਰੂ ਅਮਰਦਾਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 363ਵੇਂ ਅੰਗ ਤੇ ਵਿਰਾਜਮਾਨ ਪਹਿਲੇ ਸ਼ਬਦ ਦੇ ਵਿੱਚ ਸਾਡੇ ਨਾਲ ਇਸ ਪ੍ਰਕਾਰ ਦੀ ਵਾਰਤਾਲਾਪ ਕਰਦੇ ਨੇ। ਦੂਸਰੇ ਸ਼ਬਦ ਦੇ ਵਿੱਚ ਸੁਹਾਗਣ ਤੇ ਦੁਹਾਗਣ ਦਾ ਫਰਕ ਸਾਨੂੰ ਸਮਝਾਉਂਦੇ ਨੇ। ਤੀਸਰੇ ਤੇ ਆਖਰੀ ਸ਼ਬਦ ਦੇ ਵਿੱਚ ਪ੍ਰਭੂ ਦੇ ਗੁਣਾਂ ਦੀ ਮਹੱਤਤਾ ਤੇ ਪ੍ਰਭੂ ਦੇ ਗੁਣਾਂ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਕਿਵੇਂ ਹਾਸਲ ਕਰਨਾ ਹੈ, ਇਸ ਗੱਲ ਦਾ ਗੁਰੂ ਅਮਰਦਾਸ ਸਾਹਿਬ ਸਾਨੂੰ ਬਖਸ਼ਦੇ ਨੇ। ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 363ਵੇਂ ਅੰਗ ਤੇ ਵਿਰਾਜਮਾਨ ਪਹਿਲੇ ਸ਼ਬਦ ਤੋਂ ਅੱਜ ਦੀ ਬਾਣੀ ਦੀ ਵਿਆਖਿਆ ਦੀ ਸ਼ੁਰੂਆਤ ਕਰੀਏ। ਅੱਜ ਦੀ ਵੀਡੀਓ ਦੇ ਵਿੱਚੋਂ ਜੇਕਰ ਤੁਹਾਨੂੰ ਕੁਝ ਵੀ ਸਿੱਖਣ ਨੂੰ ਮਿਲੇ ਤਾਂ ਅੱਗੇ ਲੋਕਾਂ ਦੇ ਤੱਕ ਵੀ ਇਸ ਵੀਡੀਓ ਨੂੰ ਜ਼ਰੂਰ ਪਹੁੰਚਾ ਦਿਓ। ਆਸਾ ਮਹਿਲਾ ਤੀਜਾ। ਲਾਲੈ ਆਪਣੀ ਜਾਤ ਗਵਾਈ, ਤਨ ਮਨ ਅਰਪੇ ਸਤਿਗੁਰ ਸ਼ਰਨਾਈ। ਲਾਲਾ ਸ਼ਬਦ ਦਾ ਇੱਥੇ ਅਰਥ ਹੈ ਗੁਲਾਮ ਜਾਂ ਦਾਸ। ਪ੍ਰਭੂ ਦਾ ਦਾਸ, ਗੁਰੂ ਦਾ ਗੁਲਾਮ। ਗੁਰੂ ਅਮਰਦਾਸ ਸਾਹਿਬ ਸਾਨੂੰ ਦੱਸਦੇ ਨੇ ਕਿ ਅਸਲੀ ਦਾਸ ਉਹੀ ਹੈ ਜਿਨੇ ਆਪਣੀ ਜਾਤ ਗਵਾ ਲਈ, ਆਪਣਾ ਮਨ, ਆਪਣਾ ਤਨ ਸਤਿਗੁਰੂ ਦੀ ਸ਼ਰਨ ਦੇ ਵਿੱਚ ਅਰਪਿਤ ਕਰ ਦਿੱਤਾ। ਜਾਤ ਮਿਟਾ ਦੇਣ ਤੋਂ ਭਾਵ ਕਿ ਉਹਨੇ ਆਪਣੀ ਹਸਤੀ ਹੀ ਮਿਟਾ ਦਿੱਤੀ। ਜਦੋਂ ਉਹ ਗੁਰੂ ਦੀ ਸ਼ਰਨ ਪੈ ਗਿਆ ਤਾਂ ਉਹ ਕਿਸੇ ਵੀ ਖਾਸ ਤਬਕੇ ਦੇ ਨਾਲ ਸੰਬੰਧ ਰੱਖਦਾ ਇਨਸਾਨ ਨਹੀਂ ਰਿਹਾ। ਉਹ ਇਨਸਾਨ ਆਪਣੇ ਆਪ ਨੂੰ ਕਿਸੇ ਖਾਸ ਜਾਤ ਜਾਂ ਕਿਸੇ ਖਾਸ ਧਰਮ ਦਾ ਮੰਨਣੋਂ ਹਟ ਜਾਂਦਾ ਹੈ। ਜੋ ਗੁਰੂ ਦੀ ਸ਼ਰਨ ਦੇ ਵਿੱਚ ਪੈ ਜਾਂਦਾ ਹੈ, ਉਹਦੀ ਪਛਾਣ ਗੁਰੂ ਦੇ ਦਾਸ ਵਜੋਂ ਹੋ ਜਾਂਦੀ ਹੈ। ਗੁਰੂ ਅਮਰਦਾਸ ਸਾਹਿਬ ਇੱਕ ਸੱਚੇ ਦਾਸ ਦੀ ਖੁਦ ਪ੍ਰਤੱਖ ਉਦਾਹਰਣ ਨੇ। ਉਹਨਾਂ ਨੇ ਗੁਰੂ ਅੰਗਦ ਸਾਹਿਬ ਦੀ ਸ਼ਰਨ ਦੇ ਵਿੱਚ ਆਪਣੀ ਜ਼ਿੰਦਗੀ ਦੇ ਕੀਮਤੀ 13 ਸਾਲ ਬਿਤਾਏ। 1539 ਈਸਵੀ ਦੇ ਵਿੱਚ ਉਹ ਗੁਰੂ ਅੰਗਦ ਸਾਹਿਬ ਨੂੰ ਮਿਲਦੇ ਨੇ ਤੇ 1552 ਈਸਵੀ ਦੇ ਵਿੱਚ ਉਹਨਾਂ ਨੂੰ ਗੱਦੀ ਹਾਸਲ ਹੁੰਦੀ ਹੈ। ਸੋ ਕਰੀਬ 13 ਸਾਲ ਗੁਰੂ ਅੰਗਦ ਦੀ ਗੁਰੂ ਅਮਰਦਾਸ ਸਾਹਿਬ ਨੇ ਸੇਵਾ ਕੀਤੀ, ਉਹਨਾਂ ਦੇ ਦਾਸ ਬਣ ਕੇ ਉਹ ਸਮਾਂ ਬਿਤਾਇਆ। ਜਦ ਉਹਨਾਂ ਦੀ ਸ਼ਰਨ ਦੇ ਵਿੱਚ ਗੁਰੂ ਸਾਹਿਬ ਪੈ ਜਾਂਦੇ ਨੇ ਤਾਂ ਉਹ ਗੁਰੂ ਦੇ ਦਾਸ ਵਜੋਂ ਹੀ ਜਾਣੇ ਜਾਂਦੇ। ਉਹਨਾਂ ਦੀ ਅਸਲੀ ਜਾਤ ਕੀ ਸੀ, ਉਹ ਕਿਹੜੇ ਧਰਮ ਦੇ ਨਾਲ ਸੰਬੰਧ ਰੱਖਦੇ ਸਨ ਜਦੋਂ ਉਹਨਾਂ ਦਾ ਜਨਮ ਹੋਇਆ ਸੀ, ਇਹ ਗੱਲਾਂ ਦੀ ਬਿਲਕੁਲ ਹੀ ਮਹੱਤਤਾ ਨਹੀਂ ਰਹੀ। ਉਹਨਾਂ ਦੀ ਪਛਾਣ ਗੁਰੂ ਦੇ ਦਾਸ ਵਜੋਂ ਹੋਣ ਲੱਗਦੀ ਹੈ। ਸੋ ਅਸਲੀ ਦਾਸ ਉਹ ਜਿਸ ਨੇ ਆਪਣਾ ਤਨ ਤੇ ਆਪਣਾ ਮਨ ਗੁਰੂ ਦੀ ਸ਼ਰਨ ਦੇ ਵਿੱਚ ਅਰਪਿਤ ਕਰਕੇ ਆਪਣੀ ਹਸਤੀ ਮਿਟਾ ਲਈ। ਹਿਰਦਾ ਨਾਮ ਵੱਡੀ ਵਡਿਆਈ, ਸਦਾ ਪ੍ਰੀਤਮ ਪ੍ਰਭ ਹੋਏ ਸਖਾਈ। ਜਿਹੜਾ ਪ੍ਰਮਾਤਮਾ ਸਭ ਦਾ ਪਿਆਰਾ ਹੈ, ਸਭ ਦਾ ਸਾਥੀ ਮਿੱਤਰ ਹੈ, ਉਹਦੇ ਨਾਮ ਨੂੰ ਉਹ ਦਾਸ ਆਪਣੇ ਹਿਰਦੇ ਦੇ ਵਿੱਚ ਵਸਾ ਲੈਂਦਾ ਹੈ। ਹਿਰਦੇ ਦੇ ਵਿੱਚ ਵਸਿਆ ਹੋਇਆ ਨਾਮ ਹੀ ਉਹਦੇ ਲਈ ਇਸ ਦੁਨੀਆ ਦੇ ਵਿੱਚ ਮਿਲਣ ਵਾਲੀ ਵੱਡੀ ਵਡਿਆਈ ਹੈ। ਸੋ ਲਾਲਾ ਜੀਵਤ ਮਰੈ, ਸੋਗ ਹਰਖ ਦੋਏ ਸਮ ਕਰ ਜਾਣੈ, ਗੁਰ ਪ੍ਰਸਾਦੀ ਸ਼ਬਦ ਉਦਰੈ ਰਹਾਉ। ਉਹ ਜੋ ਦਾਸ ਹੈ ਉਹ ਜਿਉਂਦਿਆਂ ਹੋਇਆਂ ਹੀ ਮਰ ਜਾਂਦਾ ਹੈ, ਭਾਵ ਦੁਨੀਆ ਦੀ ਕਿਰਤਕਾਰ ਕਰਦਾ ਹੋਇਆ ਦੁਨੀਆ ਦੀਆਂ ਵਾਸ਼ਨਾ ਵੱਲੋਂ ਮਰਿਆ ਰਹਿੰਦਾ ਹੈ। ਆਪਾਂ ਹਮੇਸ਼ਾ ਇਹ ਗੱਲ ਕਰਦੇ ਹਾਂ, ਗੁਰਬਾਣੀ ਜਾਂ ਗੁਰੂ ਸਾਹਿਬਾਨ ਸਾਨੂੰ ਕਦੇ ਵੀ ਕਿਰਤ ਕਰਨ ਤੋਂ, ਮਿਹਨਤ ਕਰਨ ਤੋਂ, ਆਪਣਾ ਕਾਰੋਬਾਰ ਕਰਨ ਤੋਂ, ਨੌਕਰੀ ਕਰਨ ਤੋਂ ਨਹੀਂ ਰੋਕਦੇ। ਜੇ ਰੋਕਿਆ ਗਿਆ ਹੈ ਤਾਂ ਮੋਹ ਦੇ ਵਿੱਚ ਫਸਣ ਤੋਂ। ਅਸੀਂ ਆਪਣਾ ਕੋਈ ਵੀ ਕਾਰੋਬਾਰ ਕਰਦੇ ਹੋ ਸਕਦੇ ਹਾਂ। ਜਦ ਤੱਕ ਸਾਡੇ ਦਿਲ ਦੇ ਵਿੱਚ ਦਇਆ ਭਾਵਨਾ ਹੈ,
ਜਦ ਤੱਕ ਸਾਡੇ ਅੰਦਰ ਇੱਕ ਬਹੁਤ ਜ਼ਿਆਦਾ ਧਨ ਸੰਪत्ति ਇਕੱਠੀ ਕਰਨ ਦੀ ਹੋੜ ਨਹੀਂ ਹੈ, ਜਦ ਤੱਕ ਸਾਡੇ ਅੰਦਰ ਸਾਡੇ ਕਮਾਏ ਹੋਏ ਧਨ ਦੇ ਵਿੱਚੋਂ ਕੁਝ ਦੇਣ ਦੀ ਪ੍ਰਵਿਰਤੀ ਹੈ ਕਿਸੇ ਲੋੜਵੰਦ ਨੂੰ, ਅਸੀਂ ਗੁਰੂ ਦੇ ਰਸਤੇ ਤੇ ਚੱਲਦੇ ਹਾਂ। ਅਸੀਂ ਕਹਿ ਸਕਦੇ ਹਾਂ ਕਿ ਅਸੀਂ ਗੁਰੂ ਦੇ ਰਸਤੇ ਤੇ ਚੱਲ ਰਹੇ ਹਾਂ। ਅਸੀਂ ਜੀਵਤ ਹੀ ਮਰੇ ਹੋਏ ਹਾਂ, ਅਸੀਂ ਕਿਰਤ ਕਰਦੇ ਹੋਏ ਦੁਨੀਆ ਦੀਆਂ ਵਾਸ਼ਨਾ ਵੱਲੋਂ ਮਰੇ ਹੋਏ ਹਾਂ। ਲਾਲਾ ਸੋ ਲਾਲਾ ਜੀਵਤ ਮਰੈ, ਜੋ ਗੁਰੂ ਦਾ ਅਸਲੀ ਦਾਸ ਹੈ ਉਹ ਜੀਵਤ ਹੀ ਮਰਦਾ ਹੈ। ਸੋਗ ਹਰਖ ਦੋਏ ਸਮਕਰ ਜਾਣੈ, ਉਹਦੇ ਲਈ ਖੁਸ਼ੀ ਵੀ ਤੇ ਗਮੀ ਵੀ ਦੋਨੋਂ ਬਰਾਬਰ ਨੇ। ਉਹ ਦੋਹਾਂ ਦੇ ਵਿੱਚ ਭੇਦਭਾਵ ਨਹੀਂ ਕਰਦਾ। ਉਹ ਖੁਸ਼ੀ ਵੇਲੇ ਉਛਲਦਾ ਨਹੀਂ, ਦੁੱਖ ਵੇਲੇ ਢਹਿੰਦਾ ਨਹੀਂ। ਦੋਨੇ ਹੀ ਉਹਨੂੰ ਉਸ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਬਖਸ਼ਿਸ਼ਾਂ ਲੱਗਦੀਆਂ ਨੇ। ਗੁਰ ਪ੍ਰਸਾਦੀ ਸ਼ਬਦ ਉਤਰੈ, ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੇ ਸ਼ਬਦ ਦੇ ਵਿੱਚ ਜੁੜ ਕੇ ਉਹ ਦੁਨੀਆ ਦੀਆਂ ਵਾਸ਼ਨਾ ਤੋਂ ਉਧਰ ਜਾਂਦਾ ਹੈ, ਇਹਨਾਂ ਤੋਂ ਬਚਿਆ ਰਹਿੰਦਾ ਹੈ। ਕਰਨੀ ਕਾਰ ਧੁਰੋਂ ਫਰਮਾਈ, ਬਿਨ ਸ਼ਬਦੈ ਕੋ ਥਾਏ ਨਾ ਪਾਈ। ਕਰਨੀ ਕੀਰਤ ਨਾਮ ਵਸਾਈ, ਆਪੇ ਦੇਵੈ ਢਿੱਲ ਨਾ ਪਾਈ। ਪਰਮਾਤਮਾ ਨੇ ਆਪਣੇ ਦਾਸ ਨੂੰ ਸਿਮਰਨ ਦੀ ਹੀ ਕਰਨ ਯੋਗ ਕਾਰ ਆਪਣੀ ਹਜ਼ੂਰੀ ਤੋਂ ਦੱਸੀ ਹੋਈ ਹੈ। ਪਰਮਾਤਮਾ ਨੇ ਉਹਨੂੰ ਹੁਕਮ ਕੀਤਾ ਕਿ ਗੁਰੂ ਦੇ ਸ਼ਬਦ ਵਿੱਚ ਜੁੜਨ ਤੋਂ ਬਿਨਾਂ ਕੋਈ ਮਨੁੱਖ ਉਹਦੇ ਦਰ ਤੇ ਕਬੂਲ ਨਹੀਂ ਹੋ ਸਕਦਾ। ਅਸੀਂ ਆਪਣੇ ਕਿਰਤਕਾਰ ਦੇ ਵਿੱਚ ਰੁੱਝੇ ਹੋ ਸਕਦੇ ਹਾਂ, ਪਰ ਨਾਲ ਦੀ ਨਾਲ ਗੁਰੂ ਦੇ ਸ਼ਬਦਾਂ ਦੇ ਵਿੱਚ ਜੁੜਨਾ ਵੀ ਜ਼ਰੂਰੀ ਹੈ। ਜਦੋਂ ਅਸੀਂ ਗੁਰਬਾਣੀ ਨੂੰ ਸਮਝ ਜਾਈਏ ਤਾਂ ਗੁਰਬਾਣੀ ਸਾਡੇ ਜੀਵਨ ਦਾ ਫਲਸਫਾ ਬਣ ਜਾਂਦੀ ਹੈ। ਫਿਰ ਗੁਰੂ ਦੇ ਸ਼ਬਦਾਂ ਨੂੰ ਦੇਣ ਦੇ ਲਈ ਸਾਨੂੰ ਵੱਖਰਾ ਸਮਾਂ ਨਹੀਂ ਕੱਢਣਾ ਪੈਂਦਾ। ਫਿਰ ਅਸੀਂ ਆਪਣਾ ਕਿਰਤਕਾਰ ਕਰਦੇ ਹੋਏ ਵੀ ਸਦਾ ਹੀ ਗੁਰੂ ਦੇ ਸ਼ਬਦਾਂ ਨਾਲ ਜੁੜੇ ਰਹਿੰਦੇ ਹਾਂ। ਜਦੋਂ ਅਸੀਂ ਸੱਚੇ ਦਾਸ ਬਣ ਜਾਂਦੇ ਹਾਂ, ਕਰਨੀ ਕੀਰਤ ਨਾਮ ਵਸਾਈ, ਅਸੀਂ ਗੁਰੂ ਦੀ ਦੱਸੀ ਹੋਈ ਸੇਵਾ ਜਾਣੀ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਾਂ, ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾਈ ਰੱਖਦੇ ਹਾਂ। ਆਪੇ ਦੇਵੈ ਢਿੱਲ ਨਾ ਪਾਈ, ਪਰ ਇਹ ਬਖਸ਼ਿਸ਼ ਜੋ ਹੈ ਜੀਵਾਂ ਦੇ ਉੱਪਰ ਉਹ ਪਰਮਾਤਮਾ ਆਪ ਹੀ ਕਰਦਾ, ਜਿਹਦੇ ਲਈ ਪਰਮਾਤਮਾ ਨੇ ਸੋਚ ਲਿਆ ਕਿ ਇਹਨੂੰ ਨਾਮ ਦੀ ਦਾਤ ਬਖਸ਼ਣੀ ਹੈ, ਇਹਨੂੰ ਗੁਰੂ ਦਾ ਸ਼ਬਦ ਬਖਸ਼ਣਾ ਹੈ। ਉਹਦੇ ਲਈ ਉਹ ਢਿੱਲ ਨਹੀਂ ਲਾਉਂਦਾ, ਦੇਰ ਨਹੀਂ ਲਾਉਂਦਾ, ਬਖਸ਼ ਦਿੰਦਾ ਹੈ। ਇਹੀ ਕਾਰਨ ਹੁੰਦਾ ਜੇਕਰ ਅਸੀਂ ਆਪਣੇ ਆਸ-ਪਾਸ ਝਾਤੀ ਮਾਰ ਕੇ ਕੁਝ ਅਜਿਹੀਆਂ ਉਦਾਹਰਨਾਂ ਲੱਭਣ ਦੀ ਕੋਸ਼ਿਸ਼ ਕਰੀਏ ਜਿਨ੍ਹਾਂ ਦੇ ਵਿੱਚ ਕਿ ਇੱਕ ਇਨਸਾਨ ਗਲਤ ਕੰਮਾਂ ਦੇ ਵਿੱਚ ਪਿਆ ਹੋਇਆ ਸੀ, ਨਸ਼ਿਆਂ ਦੇ ਵਿੱਚ ਪਿਆ ਹੋਇਆ ਸੀ, ਜਾਂ ਹੋਰ ਕੋਈ ਵੀ ਗਲਤ ਕੰਮਕਾਰ ਕਰਦਾ ਸੀ, ਵਿਕਾਰੀ ਸੀ। ਤੁਸੀਂ ਵੇਖੋਗੇ ਕਿ ਜ਼ਿਆਦਾਤਰ ਉਹ ਇਨਸਾਨ ਜੇ ਬਦਲੇਗਾ ਤਾਂ ਇੱਕਦਮ ਬਦਲੇਗਾ ਕਿ ਅੱਜ ਉਹ ਵਿਕਾਰੀ ਹੈ, ਕੱਲ੍ਹ ਨੂੰ ਉੱਠੇਗਾ, ਉਹਦੇ ਅੰਦਰ ਕੋਈ ਅਜਿਹਾ ਚਾਨਣ ਹੋਏਗਾ ਕਿ ਉਹ ਸਭ ਵਿਕਾਰ ਛੱਡ ਕੇ, ਨਸ਼ੇ ਛੱਡ ਕੇ, ਸਭ ਮੰਦੇ ਕੰਮ ਛੱਡ ਕੇ ਚੰਗੇ ਪਾਸੇ ਨੂੰ ਚੱਲ ਪਏਗਾ। ਅਜਿਹਾ ਬਹੁਤ ਘੱਟ ਹੋਏਗਾ ਕਿ ਉਹ ਇੱਕ ਟ੍ਰਾਂਜੀਸ਼ਨ ਪੀਰੀਅਡ ਦੇ ਵਿੱਚੋਂ ਲੰਘੇ ਕਿ ਠੀਕ ਹੈ ਅੱਜ ਮੈਂ ਵਿਕਾਰੀ ਹਾਂ, ਮਹੀਨੇ ਤੱਕ ਮੈਂ ਸਹੀ ਹੋ ਜਾਣਾ ਤੇ 1 ਮਹੀਨਾ ਮੈਂ ਲੈਣਾ ਵਿਕਾਰਾਂ ਚੋਂ ਨਿਕਲਣ ਦੇ ਲਈ ਤੇ ਚੰਗੇ ਰਸਤੇ ਤੁਰਨ ਦੇ ਲਈ। ਇਹ ਜੋ ਤਬਦੀਲੀ ਹੈ ਜ਼ਿਆਦਾਤਰ ਤੁਸੀਂ ਵੇਖੋਗੇ ਕਿ ਇਹ ਇੱਕਦਮ ਹੀ ਹੁੰਦੀ ਹੈ, ਕਿਉਂਕਿ ਪਰਮਾਤਮਾ ਨੇ ਸੋਚ ਲਿਆ ਕਿ ਇਸ ਇਨਸਾਨ ਨੂੰ ਤਬਦੀਲ ਕਰਨਾ ਹੈ, ਬਦਲਣਾ ਹੈ, ਇਹਨੂੰ ਇਸ ਮੰਦੇ ਕਰਮਾਂ ਚੋਂ ਕੱਢ ਕੇ ਚੰਗੇ ਪਾਸੇ ਲਾਉਣਾ ਹੈ। ਜਦੋਂ ਪਰਮਾਤਮਾ ਨੇ ਸੋਚ ਲਿਆ ਤੇ ਲਗਾ ਦਿੰਦਾ ਹੈ, ਇੱਕਦਮ ਢਿੱਲ ਨਹੀਂ ਪਾਉਂਦਾ। ਇਹ ਤੇ ਸੀ ਗੁਰੂ ਦੇ ਦਾਸ ਦੀ ਗੱਲ, ਸੱਚੇ ਸੇਵਕ ਦੀ ਗੱਲ। ਅੱਗੇ ਗੁਰੂ ਜੀ ਗੱਲ ਕਰਦੇ ਨੇ, ਮਨਮੁਖ ਭਰਮ ਭੁੱਲੈ ਸੰਸਾਰ, ਬਿਨ ਰਾਸੀ ਕੂੜਾ ਕਰੇ ਵਪਾਰ। ਹੁਣ ਮਨਮੁਖ ਦੀ ਗੱਲ ਕਰਦੇ ਨੇ ਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਇਨਸਾਨ ਮਾਇਆ ਦੀ ਭਟਕਣਾ ਦੇ ਵਿੱਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ। ਜਿਵੇਂ ਕੋਈ ਵਪਾਰੀ ਸਰਮਾਏ ਤੋਂ ਬਿਨਾਂ ਠੱਗੀ ਦਾ ਹੀ ਵਪਾਰ ਕਰਦਾ। ਹੁਣ ਜਿਹਦੇ ਕੋਲ, ਜਿਵੇਂ ਆਪਾਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਕਿ ਕੋਈ ਸੌਦਾ ਲੈਣਾ ਹੈ ਤਾਂ ਪੂੰਜੀ ਚਾਹੀਦੀ ਹੈ, ਜੇ ਪੂੰਜੀ ਨਹੀਂ ਫਿਰ ਵੀ ਸੌਦਾ ਲੈਣਾ ਹੈ ਤਾਂ ਇਹਦਾ ਮਤਲਬ ਤੁਸੀਂ ਠੱਗੀ ਮਾਰੋਗੇ। ਤੇ ਇਹੀ ਹਾਲ ਮਨਮੁਖਾਂ ਦਾ ਹੈ। ਉਹਨਾਂ ਕੋਲ ਪੂੰਜੀ ਨਹੀਂ ਹੈ ਪਰ ਫਿਰ ਵੀ ਜ਼ਿੰਦਗੀ ਦੇ ਵਿੱਚ ਆਨੰਦ ਹਾਸਲ ਕਰਨਾ ਚਾਹੁੰਦੇ ਨੇ ਤੇ ਫਿਰ ਉਹ ਆਨੰਦ ਠੱਗੀਆਂ ਦੁਆਰਾ ਹੀ ਹਾਸਲ ਕਰਦੇ ਨੇ। ਭਾਵ ਜੀਵਨ ਦੇ ਵਿੱਚ ਅਜਿਹੇ ਕੰਮ ਕਰਨਗੇ ਜਿਨ੍ਹਾਂ ਤੋਂ ਆਨੰਦ ਮਿਲਦਾ ਰਹੇ। ਐਂਟਰਟੇਨਮੈਂਟ, ਫਿਲਮਾਂ ਦੇਖਣੀਆਂ,
ਗਾਣੇ ਸੁਣਨੇ, ਇਹਨਾਂ ਸਾਰੇ ਚੀਜ਼ਾਂ 'ਚੋਂ ਆਨੰਦ ਮਿਲਦਾ ਹੈ। ਨਸ਼ਿਆਂ ਦੇ ਵਿੱਚ ਕਈ ਜੀਵ ਪੈ ਜਾਂਦੇ ਨੇ, ਆਨੰਦ ਮਿਲਦਾ ਹੈ। ਹੋਰ ਬਹੁਤ ਪ੍ਰਕਾਰ ਦੇ ਮੰਦ ਕਰਮ ਨੇ ਜਿਨ੍ਹਾਂ ਦੇ ਵਿੱਚ ਜੀਵ ਪੈ ਜਾਂਦੇ ਨੇ ਕਿਉਂਕਿ ਆਨੰਦ ਮਿਲਦਾ ਹੈ। ਸਵਾਦਲੇ ਭੋਜਨ ਖਾਣੇ ਨੇ, ਆਨੰਦ ਮਿਲਦਾ ਹੈ। ਸੋਹਣੇ ਸੋਹਣੇ ਕੱਪੜੇ, ਮਹਿੰਗੇ ਮਹਿੰਗੇ ਕੱਪੜੇ ਪਾਉਣੇ ਨੇ, ਮਹਿੰਗੇ ਵਹੀਕਲ, ਗੱਡੀਆਂ ਰੱਖਣੀਆਂ ਨੇ, ਆਨੰਦ ਮਿਲਦਾ ਹੈ। ਪਰ ਇਹ ਜੋ ਆਨੰਦ ਨੇ ਨਾ, ਇਹ ਅਸੀਂ ਇੱਕ ਪ੍ਰਕਾਰ ਦੀ ਠੱਗੀਆਂ ਮਾਰ ਕੇ ਹਾਸਲ ਕਰ ਰਹੇ ਹਾਂ। ਹੁਣ ਜੋ ਵਪਾਰੀ ਆ ਜਿਹਦੇ ਕੋਲ ਪੂੰਜੀ ਨਹੀਂ, ਠੱਗੀ ਮਾਰ ਕੇ ਉਹਨੇ ਸੌਦਾ ਹਾਸਲ ਕਰ ਲਿਆ, ਕਿੰਨਾ ਕੁ ਚਿਰ ਉਹ ਅਜਿਹਾ ਕਰ ਪਾਏਗਾ? ਠੱਗੀਆਂ ਫੜੀਆਂ ਜਾਣਗੀਆਂ, ਲੋਕ ਉਹਦੇ ਤੋਂ ਸੁਚੇਤ ਹੋ ਜਾਣਗੇ, ਜ਼ਿਆਦਾ ਦੇਰ ਤੱਕ ਇਹ ਗੱਲ ਚੱਲੇਗੀ ਨਹੀਂ। ਤੇ ਆਨੰਦ ਦਾ ਵੀ ਇੱਦਾਂ ਹੀ ਹੈ। ਕੋਈ ਵੀ ਚੀਜ਼ ਆਪਣੇ ਜੀਵਨ ਦੇ ਵਿੱਚ ਅਸੀਂ ਜਦ ਪਹਿਲੀ ਵਾਰ ਕਰਦੇ ਹਾਂ ਤਾਂ ਇਹ ਕਹਿ ਲਓ ਕਿ ਅਸੀਂ ਪਹਿਲੀ ਵਾਰ ਉਸ ਠੱਗੀ ਨੂੰ ਮਾਰਿਆ ਤਾਂ ਸਾਨੂੰ ਬੜਾ ਆਨੰਦ ਆਉਂਦਾ ਹੈ। ਦੂਜੀ ਵਾਰ ਕਰਦੇ ਹਾਂ, ਆਨੰਦ ਘਟ ਜਾਂਦਾ, ਕਿਉਂਕਿ ਸਾਡੇ ਮਨ ਨੇ ਸਾਡੀ ਉਹ ਠੱਗੀ ਫੜ ਲਈ ਹੁੰਦੀ ਹੈ ਕਿ ਇਹ ਤੇ ਪਹਿਲਾਂ ਵੀ ਕੀਤਾ ਸੀ। ਤੇ ਹੌਲੀ ਹੌਲੀ ਜਿਵੇਂ ਜਿਵੇਂ ਅਸੀਂ ਉਹ ਚੀਜ਼ ਵਾਰ-ਵਾਰ ਕਰਦੇ ਜਾਂਦੇ ਹਾਂ, ਆਨੰਦ ਦੇ ਵਿੱਚ ਘਾਟ ਆਉਂਦੀ ਜਾਂਦੀ ਹੈ, ਕਿਉਂਕਿ ਸਾਡਾ ਮਨ ਫਿਰ ਸਾਡੀ ਠੱਗੀ ਨੂੰ ਪੂਰੀ ਤਰ੍ਹਾਂ ਦੇ ਨਾਲ ਫੜ ਚੁੱਕਿਆ ਹੁੰਦਾ ਹੈ। ਸੋ ਜੇਕਰ ਅਸੀਂ ਆਪਣੇ ਮਨ ਦੇ ਪਿੱਛੇ ਤੁਰਦੇ ਹਾਂ ਤਾਂ ਸਾਡੇ ਕੋਲ ਉਹ ਪੂੰਜੀ ਹੈ ਨਹੀਂ ਜਿਹਦੇ ਨਾਲ ਅਸੀਂ ਆਨੰਦ ਖਰੀਦ ਸਕੀਏ। ਤੇ ਫਿਰ ਅਸੀਂ ਝੂਠ ਦਾ ਵਪਾਰ ਕਰਾਂਗੇ, ਠੱਗੀਆਂ ਮਾਰਾਂਗੇ, ਅਜਿਹੇ ਕਾਰਜ ਕਰਾਂਗੇ ਜਿਨ੍ਹਾਂ ਨਾਲ ਸਾਨੂੰ ਇਨਸਟੈਂਟ ਆਨੰਦ ਮਿਲੇ, ਇੱਕਦਮ ਆਨੰਦ ਮਿਲੇ। ਪਰ ਉਹ ਆਨੰਦ ਇੱਕਦਮ ਤੇ ਹੋਏਗਾ, ਸਥਾਈ ਨਹੀਂ ਹੋਏਗਾ। ਵਿਣ ਰਾਸੀ ਵਖਰ ਪੱਲੇ ਨਾ ਪਾਏ, ਮਨਮੁਖ ਭੁੱਲਾ ਜਨਮ ਗਵਾਏ। ਹੁਣ ਰਾਸੀ ਹੈ ਨਹੀਂ, ਪੂੰਜੀ ਹੈ ਨਹੀਂ, ਸਰਮਾਇਆ ਹੈ ਨਹੀਂ, ਉਹਦੇ ਤੋਂ ਬਿਨਾਂ ਸੌਦਾ ਮਿਲ ਨਹੀਂ ਸਕਦਾ। ਜਿਹੜਾ ਠੱਗੀਆਂ ਮਾਰ ਕੇ ਅਸੀਂ ਸੌਦਾ ਇਕੱਠਾ ਕਰ ਵੀ ਲੈਂਦੇ ਹਾਂ, ਉਹ ਵੀ ਇੱਕ ਤਰ੍ਹਾਂ ਦੇ ਨਾਲ ਆਪਣੀ ਜ਼ਿੰਦਗੀ ਨੂੰ ਬਰਬਾਦ ਕਰਨ ਵਾਲਾ ਕੰਮ ਹੈ। ਆਪਣੇ ਜਨਮ ਨੂੰ, ਆਪਣੇ ਜੀਵਨ ਨੂੰ ਭਟਕਣਾ ਦੇ ਵਿੱਚ ਪਾਉਣ ਵਾਲਾ ਕੰਮ ਹੈ। ਤੇ ਇੱਦਾਂ ਹੀ ਅਸੀਂ ਆਪਣਾ ਜਨਮ ਗਵਾ ਲੈਂਦੇ ਹਾਂ ਜੇ ਮਨਮੁਖ ਹੋਏ ਰਹਿੰਦੇ ਹਾਂ। ਸਤਿਗੁਰ ਸੇਵੈ ਸੋ ਲਾਲਾ ਹੋਏ, ਉੱਤਮ ਜਾਤੀ ਉੱਤਮ ਸੋਏ। ਜੋ ਪ੍ਰਭੂ ਦੀ ਸੇਵਾ ਕਰਦਾ ਹੈ, ਗੁਰੂ ਦੀ ਦੱਸੀ ਹੋਈ ਸੇਵਾ ਕਰਦਾ ਹੈ, ਸਤਿਗੁਰੂ ਦੀ ਸ਼ਰਨ ਪੈਂਦਾ ਹੈ, ਉਹ ਉੱਚੀ ਹਸਤੀ ਵਾਲਾ ਬਣ ਜਾਂਦਾ ਹੈ, ਉੱਚੇ ਜੀਵਨ ਵਾਲਾ ਹੋ ਜਾਂਦਾ ਹੈ। ਉਹੀ ਅਸਲੀ ਦਾਸ ਹੈ। ਗੁਰ ਪੌੜੀ ਸਭ ਤੋਂ ਉੱਚਾ ਹੋਏ, ਨਾਨਕ ਨਾਮ ਵਡਾਈ ਹੋਏ। ਗੁਰੂ ਦੀ ਦਿੱਤੀ ਹੋਈ ਨਾਮ ਸਿਮਰਨ ਦੀ ਪੌੜੀ ਦਾ ਆਸਰਾ ਲੈ ਕੇ ਉਹ ਸਭਨਾਂ ਦੇ ਨਾਲੋਂ ਉੱਚਾ ਹੋ ਜਾਂਦਾ ਹੈ। ਨਾਨਕ, ਪਰਮਾਤਮਾ ਦਾ ਨਾਮ ਸਿਮਰਨ ਵਿੱਚ ਹੀ ਅਸਲੀ ਇੱਜ਼ਤ ਹੈ। ਤੇ ਇਹ ਨਾਮ ਸਿਮਰਨ ਹੀ ਉਹ ਪੂੰਜੀ ਹੈ ਜਿਹਦੇ ਨਾਲ ਅਸੀਂ ਸਥਾਈ ਆਨੰਦ ਖਰੀਦ ਸਕਦੇ ਹਾਂ। ਆਸਾ ਮਹਿਲਾ ਤੀਜਾ। ਮਨਮੁਖ ਝੂਠੋ ਝੂਠ ਕਮਾਵੈ, ਖਸਮੈ ਕਾ ਮਹਲ ਕਦੇ ਨਾ ਪਾਵੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ ਇਸਤਰੀ ਸਦਾ ਉਹੀ ਕੁਝ ਕਰਦੀ ਹੈ ਜੋ ਝੂਠਾ ਹੈ। ਝੂਠੇ ਤੋਂ ਭਾਵ ਕਿ ਉਹਦੇ ਆਤਮਿਕ ਜੀਵਨ ਦੇ ਕੰਮ ਨਹੀਂ ਆਉਣਾ। ਤੇ ਜਦ ਤੱਕ ਸਾਡਾ ਆਤਮਿਕ ਜੀਵਨ ਪ੍ਰਫੁੱਲਤ ਨਹੀਂ ਹੈ, ਉਦੋਂ ਤੱਕ ਅਸੀਂ ਪ੍ਰਮਾਤਮਾ ਦੇ ਨਾਲ ਸਾਂਝ ਨਹੀਂ ਪਾ ਸਕਦੇ, ਪ੍ਰਭੂ ਦਾ ਟਿਕਾਣਾ ਨਹੀਂ ਲੱਭ ਸਕਦੇ। ਖਸਮੈ ਕਾ ਮਹਲ ਕਦੇ ਨਾ ਪਾਵੈ, ਦੂਜੈ ਲੱਗੀ ਭਰਮ ਭੁਲਾਵੈ। ਮਮਤਾ ਵਾਧਾ ਆਵੈ ਜਾਵੈ। ਮਾਇਆ ਦੇ ਮੋਹ ਵਿੱਚ ਫਸੀ ਹੋਈ, ਮਾਇਆ ਦੀ ਭਟਕਣਾ ਦੇ ਵਿੱਚ ਪੈ ਕੇ ਉਹ ਜੀਵ ਇਸਤਰੀ ਕੁਰਾਹੇ ਪਈ ਰਹਿੰਦੀ ਹੈ। ਹੇ ਮਨ, ਅਪਣੱਤ ਦੇ ਬੰਧਨਾਂ ਵਿੱਚ ਵੱਜਾ ਹੋਇਆ ਜਗਤ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਦੁਹਾਗਣੀ ਕਾ ਮਨ ਦੇਖ ਸ਼ਿੰਗਾਰ, ਪੁੱਤਰ ਕਲਤ ਧਨ ਮਾਇਆ ਚਿਤ ਲਾਏ। ਝੂਠ ਮੋਹ ਪਾਖੰਡ ਵਿਕਾਰ ਰਹਾਓ। ਹੇ ਮਨ, ਦੁਹਾਗਣ ਇਸਤਰੀ, ਦੁਹਾਗਣ ਜੋ ਪਤੀ ਵੱਲੋਂ ਛੱਡ ਦਿੱਤੀ ਗਈ ਹੋਵੇ। ਤੇ ਇੱਥੇ ਖਸਮ ਪ੍ਰਭੂ ਦੇ ਨਾਲੋਂ ਵਿਛੜੇ ਹੋਏ ਜੀਵਾਂ ਦੀ ਗੱਲ ਹੋ ਰਹੀ ਹੈ। ਗੁਰੂ ਜੀ ਕਹਿੰਦੇ, ਹੇ ਮੇਰੇ ਮਨ ਦੇਖ, ਜੋ ਦੁਹਾਗਣ ਹਨ, ਜੋ ਪ੍ਰਭੂ ਦੇ ਨਾਲੋਂ ਵਿਛੜੇ ਹੋਏ ਹਨ, ਉਹਨਾਂ ਦਾ ਸ਼ਿੰਗਾਰ ਕਿਹੋ ਜਿਹਾ ਹੈ। ਨਿਰਾ ਹੀ ਪਖੰਡ, ਨਿਰਾ ਹੀ ਵਿਕਾਰ ਹੈ। ਜਿਹੜਾ ਮਨੁੱਖ ਪੁੱਤਰਾਂ ਦੇ ਵਿੱਚ, ਇਸਤਰੀ ਵਿੱਚ, ਧਨ ਵਿੱਚ, ਮਾਇਆ ਵਿੱਚ ਚਿੱਤ ਜੋੜਦਾ ਹੈ, ਉਹਦਾ ਸਾਰਾ ਮੋਹ ਵਿਅਰਥ ਹੈ। ਕਿਉਂਕਿ ਇਹ ਸਾਰੀਆਂ ਹੀ ਚੀਜ਼ਾਂ ਅਜਿਹੀਆਂ ਨੇ ਜੋ ਖੁੱਸਣਯੋਗ ਨੇ। ਅੱਜ ਕਿਸੇ ਕੋਲ ਬੇਸ਼ੁਮਾਰ ਧਨ ਹੋ ਸਕਦਾ ਹੈ, ਪਰ ਇਸ ਗੱਲ ਦੀ ਗਰੰਟੀ ਨਹੀਂ ਕਿ ਕੱਲ੍ਹ ਨੂੰ ਵੀ ਉਹ ਧਨ ਉਹਦੇ ਕੋਲ ਹੋਏਗਾ। ਸਾਲਾਂ ਲੱਗ ਜਾਂਦੇ ਨੇ, ਇਨਸਾਨ ਦੀ ਉਮਰ ਲੱਗ ਜਾਂਦੀ ਹੈ ਧਨ ਸੰਪੱਤੀ ਨੂੰ ਇਕੱਠੇ ਕਰਦਿਆਂ, ਪਰ ਜਦੋਂ ਖੁੱਸਣ 'ਤੇ ਆਉਂਦੀ ਹੈ ਤਾਂ ਇੱਕ ਪਲ ਦੇ ਵਿੱਚ
ਖੁੱਸ ਜਾਂਦੀ ਹੈ। ਤਾਂ ਇਹ ਸਭ ਕੁਝ ਜੋ ਹੈ ਖੁੱਸਣਯੋਗ ਹੈ। ਰਿਸ਼ਤੇ ਅਸੀਂ ਬਣਾਉਂਦੇ ਹਾਂ, ਰਿਸ਼ਤਿਆਂ ਨੂੰ ਖੜੇ ਕਰਨ 'ਤੇ ਵੀ ਬਹੁਤ ਸਮਾਂ ਲੱਗ ਜਾਂਦਾ, ਟੁੱਟਣ 'ਤੇ ਆਉਣ 'ਤੇ ਪਲਾਂ ਦੇ ਵਿੱਚ ਟੁੱਟ ਜਾਂਦੇ ਨੇ। ਸਾਡੇ ਬੱਚੇ ਹੁੰਦੇ ਨੇ, ਪਾਲਦੇ ਹਾਂ, ਪੋਸਦੇ ਹਾਂ, ਸਾਲਾਂ ਲੱਗ ਜਾਂਦੇ ਨੇ ਜਦੋਂ ਤੱਕ ਕਿ ਉਹ ਸਾਡੇ ਕਿਸੇ ਕੰਮ ਆਉਣ ਜੋਗੇ ਹੋਣ, ਪਰ ਪ੍ਰਭੂ ਦੀ ਲੀਲਾ ਦਾ ਕੋਈ ਪਤਾ ਨਹੀਂ ਕਿ ਸਾਡੇ ਤੋਂ ਕਦੋਂ ਵਿਛੋੜ ਲਏ ਜਾਣ। ਸੋ ਇਹ ਸਾਰੀਆਂ ਚੀਜ਼ਾਂ, ਪੁੱਤਰ, ਇਸਤਰੀ, ਧਨ ਦੌਲਤ ਖੁੱਸਣਯੋਗ ਨੇ। ਇਸ ਕਰਕੇ ਇਹਨਾਂ ਦੇ ਨਾਲ ਪਾਇਆ ਹੋਇਆ ਸਾਡਾ ਮੋਹ ਵਿਅਰਥ ਹੈ। ਇਹ ਇੱਕ ਅਜਿਹਾ ਸ਼ਿੰਗਾਰ ਹੈ ਜੋ ਅਸੀਂ ਕਰਦੇ ਹਾਂ, ਜਿਹੜਾ ਕਿ ਨਿਰਾ ਹੀ ਪਖੰਡ ਤੇ ਨਿਰਾ ਹੀ ਵਿਕਾਰ ਹੈ। ਦੂਜੇ ਪਾਸੇ ਜੋ ਸੁਹਾਗਣ ਇਸਤਰੀ ਹੈ, ਉਹਦਾ ਸ਼ਿੰਗਾਰ ਕੀ ਹੈ? ਜਿਹੜੇ ਜੀਵ ਪ੍ਰਭੂ ਦੇ ਚਰਨਾਂ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦਾ ਸ਼ਿੰਗਾਰ ਕੀ ਹੈ? ਸਦਾ ਸੁਹਾਗਣ ਜੋ ਪ੍ਰਭ ਭਾਵੈ, ਗੁਰ ਸ਼ਬਦੀ ਸ਼ਿੰਗਾਰ ਬਣਾਵੈ। ਜਿਹੜੀ ਪ੍ਰਭੂ ਨੂੰ ਭਾ ਜਾਏ, ਜਿਹੜਾ ਜੀਵ ਉਸ ਪ੍ਰਮਾਤਮਾ ਨੂੰ ਚੰਗਾ ਲੱਗ ਜਾਏ, ਉਹ ਸਦਾ ਹੀ ਸੁਹਾਗਣ ਹੈ। ਜੋ ਇਸਤਰੀ ਆਪਣੇ ਪਤੀ ਨੂੰ ਚੰਗੀ ਲੱਗ ਜਾਵੇ, ਉਹ ਸਦਾ ਲਈ ਸੁਹਾਗਣ ਹੋ ਜਾਂਦੀ ਹੈ। ਤੇ ਇਸੇ ਪ੍ਰਕਾਰ ਹੀ ਜੋ ਜੀਵ ਉਸ ਪ੍ਰਮਾਤਮਾ ਨੂੰ ਚੰਗਾ ਲੱਗ ਜਾਏ, ਉਹ ਉਸ ਸੁਹਾਗਣ ਇਸਤਰੀ ਦੇ ਬਰਾਬਰ ਦਾ ਹੈ। ਤੇ ਉਹਦੇ ਲਈ ਸ਼ਿੰਗਾਰ ਕੀ ਹੈ? ਗੁਰੂ ਦੇ ਸ਼ਬਦ, ਗੁਰੂ ਦੀ ਬਾਣੀ ਉਹਦਾ ਸ਼ਿੰਗਾਰ ਹੈ। ਸੇਜ ਸੁਖਾਲੀ ਅਨ ਦਿਨ ਹਰ ਰਾਵੈ, ਮਿਲ ਪ੍ਰੀਤਮ ਸਦਾ ਸੁਖ ਪਾਵੈ। ਅਜਿਹੀ ਜੀਵ ਇਸਤਰੀ ਜਿਹਦਾ ਸ਼ਿੰਗਾਰ ਗੁਰੂ ਦਾ ਸ਼ਬਦ ਹੋਵੇ, ਉਹਦੇ ਹਿਰਦੇ ਦੀ ਸੇਜ ਸੁਖਦਾਈ ਹੋ ਜਾਂਦੀ ਹੈ, ਕਿਉਂਕਿ ਉਹ ਹਰ ਵੇਲੇ ਪ੍ਰਭੂ ਪਤੀ ਦਾ ਮਿਲਾਪ ਮਾਣਦੀ ਹੈ। ਪ੍ਰਭੂ ਪ੍ਰੀਤਮ ਨੂੰ ਮਿਲ ਕੇ ਉਹ ਸਦਾ ਆਤਮਿਕ ਆਨੰਦ ਮਾਣਦੀ ਹੈ। ਸਾ ਸੁਹਾਗਣ ਸਾਚੀ ਜਿਸ ਸਾਚ ਪਿਆਰ, ਆਪਣਾ ਪਿਰ ਰਾਖੈ ਸਦਾ ਉਰ ਧਾਰ। ਜਿਸ ਜੀਵ ਇਸਤਰੀ ਦਾ ਪਿਆਰ ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਦੇ ਵਿੱਚ ਪੈ ਜਾਂਦਾ ਹੈ, ਉਹ ਸਦਾ ਲਈ ਚੰਗੇ ਭਾਗਾਂ ਵਾਲੀ ਬਣ ਜਾਂਦੀ ਹੈ। ਸਾ ਸੁਹਾਗਣ ਸਾਚੀ ਜਿਸ ਸਾਚ ਪਿਆਰ, ਆਪਣਾ ਪਿਰ ਰਾਖੈ ਸਦਾ ਉਰ ਧਾਰ। ਉਹ ਆਪਣੇ ਪ੍ਰਭੂ ਪਤੀ ਨੂੰ, ਪ੍ਰੀਤਮ ਨੂੰ ਸਦਾ ਹੀ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਰੱਖਦੀ ਹੈ। ਨੇੜੇ ਵੇਖੈ ਸਦਾ ਹਦੂਰ, ਮੇਰਾ ਪ੍ਰਭ ਸਰਬ ਰਹਿਆ ਭਰਪੂਰ। ਉਹ ਪ੍ਰਭੂ ਨੂੰ ਸਦਾ ਆਪਣੇ ਨੇੜੇ, ਆਪਣੇ ਅੰਗ ਸੰਗ ਵੇਖਦੀ ਹੈ। ਉਸ ਨੂੰ ਪਿਆਰਾ ਪ੍ਰਭੂ ਸਭਨਾਂ ਦੇ ਵਿੱਚ ਵਿਆਪਕ ਦਿਸਦਾ ਹੈ। ਆਗਾ ਜਾਤ ਰੂਪ ਨਾ ਜਾਏ, ਤੇਹਾ ਹੋਵੈ ਜਿਹੇ ਕਰਮ ਕਮਾਏ। ਪਰਲੋਕ ਦੇ ਵਿੱਚ ਨਾ ਤੇ ਸਾਡੀ ਉੱਚੀ ਜਾਤ ਕੰਮ ਆਉਂਦੀ ਹੈ ਤੇ ਨਾ ਹੀ ਸਾਡਾ ਸੋਹਣਾ ਰੂਪ। ਤੇ ਪਰਲੋਕ ਕੀ ਹੈ? ਇੱਕ ਜੀਵ ਦੇ ਜੀਵਨ ਦੇ ਵਿੱਚ ਆਇਆ ਮਾੜਾ ਸਮਾਂ। ਉਹ ਮਾੜਾ ਸਮਾਂ ਵਿੱਤੀ ਕੰਗਾਲੀ ਦੇ ਕਰਕੇ ਵੀ ਹੋ ਸਕਦਾ ਹੈ, ਕਿਸੇ ਬਿਮਾਰੀ ਦੇ ਕਰਕੇ ਵੀ ਹੋ ਸਕਦਾ ਹੈ, ਕਿਸੇ ਦੁਰਘਟਨਾ ਦੇ ਕਰਕੇ ਵੀ ਆਇਆ ਹੋ ਸਕਦਾ ਹੈ। ਪਰ ਕਿਵੇਂ ਵੀ ਆਵੇ, ਮਾੜਾ ਸਮਾਂ ਜਿਹਦੇ ਜੀਵਨ ਦੇ ਵਿੱਚ ਆ ਗਿਆ, ਉਸ ਵਕਤ ਉਸ ਮਾੜੇ ਸਮੇਂ ਦੇ ਵਿੱਚੋਂ ਬਾਹਰ ਨਿਕਲਣ ਦੇ ਲਈ ਨਾ ਤੇ ਉਹਦੀ ਉੱਚੀ ਜਾਤ ਉਹਦੀ ਸਹਾਇਤਾ ਕਰ ਸਕਦੀ ਹੈ ਤੇ ਨਾ ਹੀ ਉਹਦਾ ਸੋਹਣਾ ਰੂਪ। ਉਹਦੀ ਸਹਾਇਤਾ ਕੀ ਕਰ ਸਕਦੀ ਹੈ? ਕਿਹੜੀ ਚੀਜ਼ ਉਹਦੀ ਸਹਾਇਤਾ ਕਰ ਸਕਦੀ ਹੈ? ਤੇਹਾ ਹੋਵੈ ਜਿਹੇ ਕਰਮ ਕਮਾਏ। ਉਹਨੇ ਆਪਣੇ ਲੰਘ ਚੁੱਕੇ ਜੀਵਨ ਦੇ ਵਿੱਚ ਕੀ ਕੁਝ ਖੱਟਿਆ, ਕੀ ਕੁਝ ਕਮਾਇਆ, ਕਿਵੇਂ ਆਪਣੇ ਜੀਵਨ ਨੂੰ ਬਤੀਤ ਕੀਤਾ, ਕਿਹੜੇ ਕਿਹੜੇ ਵਿਕਾਰ ਉਹਨੇ ਆਪਣੇ ਜੀਵਨ ਦੇ ਵਿੱਚੋਂ ਗ੍ਰਹਿਣ ਕਰ ਰੱਖੇ ਨੇ ਤੇ ਕਿਹੜੀਆਂ ਕਿਹੜੀਆਂ ਚੰਗਿਆਈਆਂ, ਅੱਛਾਈਆਂ ਉਹਦੇ ਕੋਲ ਨੇ। ਉਹਨਾਂ ਸਭਨਾਂ ਨੇ ਉਹਦੀ ਸਹਾਇਤਾ ਕਰਨੀ ਹੈ ਮਾੜੇ ਸਮੇਂ ਦੇ ਵਿੱਚੋਂ ਉਹਨੂੰ ਬਾਹਰ ਕੱਢਣ ਦੇ ਲਈ। ਸ਼ਬਦੇ ਉੱਚੋ ਉੱਚਾ ਹੋਏ, ਨਾਨਕ ਸਾਚ ਸਮਾਵੈ ਸੋਏ। ਹੇ ਨਾਨਕ, ਜਿਉਂ-ਜਿਉਂ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਆਤਮਿਕ ਜੀਵਨ ਦੇ ਵਿੱਚ ਹੋਰ ਉੱਚਾ ਹੁੰਦਾ ਜਾਂਦਾ ਹੈ, ਤਿਉਂ-ਤਿਉਂ ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਵਿੱਚ ਸਮਾਉਂਦਾ ਜਾਂਦਾ ਹੈ, ਲੀਨ ਹੁੰਦਾ ਜਾਂਦਾ ਹੈ। ਆਸਾ ਮਹਿਲਾ ਤੀਜਾ। ਭਗਤ ਰਤਾ ਜਨ ਸਹਿਜ ਸੁਭਾਏ, ਗੁਰ ਕੈ ਭੈ ਸਾਚੈ ਸਾਚ ਸਮਾਏ। ਜਿਹੜਾ ਮਨੁੱਖ ਪਰਮਾਤਮਾ ਦੀ ਭਗਤੀ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ, ਉਹ ਸਹਿਜ ਸੁਭਾਅ ਦੇ ਵਿੱਚ, ਆਤਮਿਕ ਅਡੋਲਤਾ ਦੇ ਵਿੱਚ ਟਿਕਿਆ ਰਹਿੰਦਾ ਹੈ। ਉਹ ਪ੍ਰਭੂ ਦੇ ਪ੍ਰੇਮ ਵਿੱਚ ਮਗਨ ਰਹਿੰਦਾ ਹੈ, ਗੁਰੂ ਦੇ ਅਦਬ ਵਿੱਚ ਰਹਿ ਕੇ, ਸਦਾ ਥਿਰ ਪਰਮਾਤਮਾ ਦੇ ਡਰ ਵਿੱਚ ਰਹਿ ਕੇ, ਸਦਾ ਥਿਰ ਪਰਮਾਤਮਾ ਦੇ ਵਿੱਚ ਹੀ
ਲੀਨ ਹੋ ਜਾਂਦਾ ਹੈ। ਬਿਨ ਗੁਰ ਪੂਰੇ ਭਗਤ ਨਾ ਹੋਏ, ਮਨਮੁਖ ਰੁੰਨੇ ਆਪਣੀ ਪਤ ਖੋਏ। ਪੂਰੇ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਪ੍ਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ। ਗੁਰੂ ਹੀ ਹੈ ਜੋ ਸਾਨੂੰ ਪ੍ਰਮਾਤਮਾ ਦੇ ਗੁਣਾਂ ਦੇ ਬਾਰੇ 'ਚ ਦੱਸਦਾ ਹੈ, ਸਾਡੇ ਅੰਦਰ ਪ੍ਰਮਾਤਮਾ ਦੀ ਵਡਮੁੱਲਤਾ ਦਾ ਚਾਨਣ ਕਰਦਾ ਹੈ। ਜਦੋਂ ਅਸੀਂ ਪ੍ਰਮਾਤਮਾ ਦੇ ਗੁਣਾਂ ਨੂੰ ਜਾਣ ਜਾਈਏ, ਉਹਦੀ ਵਡਮੁੱਲਤਾ ਨੂੰ ਪਛਾਣ ਜਾਈਏ, ਤਾਂ ਹੀ ਸੱਚੀ ਭਗਤੀ ਕਰ ਸਕਦੇ ਹਾਂ। ਜੇ ਉਸ ਪ੍ਰਭੂ ਦੀ ਵਡਮੁੱਲਤਾ ਨੂੰ ਨਹੀਂ ਪਛਾਣਦੇ, ਉਹਨੂੰ ਨਹੀਂ ਮੰਨਦੇ, ਤਾਂ ਜਿਹੜੀ ਸ਼ਬਦੀ ਰੂਪ ਦੇ ਵਿੱਚ ਅਸੀਂ ਭਗਤੀ ਕਰਦੇ ਹਾਂ, ਉਹ ਸੱਚੀ ਭਗਤੀ ਨਹੀਂ ਹੋ ਸਕਦੀ। ਇਸੇ ਲਈ ਬਿਨ ਗੁਰ ਪੂਰੇ ਭਗਤ ਨਾ ਹੋਏ, ਮਨਮੁਖ ਰੁੰਨੇ ਆਪਣੀ ਪਤ ਖੋਏ। ਜਿਹੜੇ ਮਨੁੱਖ ਗੁਰੂ ਦਾ ਆਸਰਾ ਛੱਡ ਕੇ ਆਪਣੇ ਮਨ ਦੇ ਪਿੱਛੇ ਤੁਰਦੇ ਨੇ, ਅੰਤ ਦੇ ਵਿੱਚ ਆਪਣੀ ਇੱਜ਼ਤ ਗਵਾ ਕੇ ਤੇ ਫਿਰ ਪਛਤਾਉਂਦੇ ਨੇ। ਮੇਰੇ ਮਨ ਹਰ ਜਪ ਸਦਾ ਧਿਆਏ, ਸਦਾ ਆਨੰਦ ਹੋਵੈ ਦਿਨ ਰਾਤੀ। ਜੋ ਇੱਛਾ ਸੋਈ ਫਲ ਪਾਏ। हे ਮੇਰੇ ਮਨ, ਪ੍ਰਮਾਤਮਾ ਦੇ ਗੁਣ ਚੇਤੇ ਕਰ, ਸਦਾ ਪ੍ਰਮਾਤਮਾ ਦਾ ਧਿਆਨ ਧਰ। ਜੇ ਤੂੰ ਪ੍ਰਮਾਤਮਾ ਦਾ ਨਾਮ ਜਪੇਂਗਾ ਤਾਂ ਤੇਰੇ ਅੰਦਰ ਦਿਨ ਰਾਤ ਆਤਮਿਕ ਚਾਓ, ਆਤਮਿਕ ਆਨੰਦ ਬਣਿਆ ਰਹੇਗਾ। ਜਿਸ ਫਲ ਦੀ ਤੂੰ ਇੱਛਾ ਕਰੇਂਗਾ, ਉਹੀ ਫਲ ਹਾਸਲ ਕਰ ਲਵੇਂਗਾ। ਗੁਰ ਪੂਰੇ ਤੇ ਪੂਰਾ ਪਾਏ, ਹਿਰਦੈ ਸ਼ਬਦ ਸੱਚ ਨਾਮ ਵਸਾਏ। ਪੂਰੇ ਗੁਰੂ ਪਾਸੋਂ ਹੀ ਸਾਰੇ ਗੁਣਾਂ ਦਾ ਮਾਲਕ, ਪੂਰਾ, ਪੂਰਨ, ਸੰਪੂਰਨ ਪ੍ਰਮਾਤਮਾ ਲੱਭਦਾ ਹੈ। ਜਦੋਂ ਆਪਣੇ ਹਿਰਦੇ ਦੇ ਵਿੱਚ ਅਸੀਂ ਗੁਰੂ ਦਾ ਸ਼ਬਦ ਵਸਾ ਲਈਏ, ਤਾਂ ਹੀ ਸਦਾ ਸਿਰ ਪ੍ਰਮਾਤਮਾ ਸਾਡੇ ਹਿਰਦੇ ਦੇ ਵਿੱਚ ਵਸਦਾ ਹੈ, ਉਹਦਾ ਨਾਮ ਸਾਡੇ ਅੰਦਰ ਵਸਦਾ ਹੈ। ਹਿਰਦੈ ਸ਼ਬਦ ਸੱਚ ਨਾਮ ਵਸਾਏ। ਸ਼ਬਦ ਸਾਡੇ ਅੰਦਰ ਸੱਚ ਨਾਮ ਦਾ ਵਾਸ ਕਰਦਾ ਹੈ। ਅੰਤਰ ਨਿਰਮਲ ਅੰਮ੍ਰਿਤ ਸਰ ਨਾਏ, ਸਦਾ ਸੂਚੇ ਸਾਚ ਸਮਾਏ। ਜਿਵੇਂ ਜਿਵੇਂ ਮਨੁੱਖ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰਦਾ ਹੈ, ਉਹਦਾ ਹਿਰਦਾ ਪਵਿੱਤਰ ਹੁੰਦਾ ਜਾਂਦਾ ਹੈ। हे ਭਾਈ, ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਦੀ ਯਾਦ ਵਿੱਚ ਲੀਨ ਹੋ ਕੇ ਮਨੁੱਖ ਸਦਾ ਲਈ ਪਵਿੱਤਰ ਹੋ ਜਾਂਦੇ ਨੇ। ਹਰ ਪ੍ਰਭ ਵੇਖੈ ਸਦਾ ਹਜ਼ੂਰ, ਗੁਰ ਪ੍ਰਸਾਦ ਰਹਿਆ ਭਰਪੂਰ। ਗੁਰੂ ਦੀ ਕਿਰਪਾ ਦੇ ਨਾਲ ਜਿਹੜੇ ਜੀਵਾਂ ਨੇ ਨਾਮ ਜਲ ਹਾਸਲ ਕਰ ਲਿਆ, ਜਿਨ੍ਹਾਂ ਨੇ ਆਪਣੇ ਹਿਰਦਿਆਂ ਦੇ ਵਿੱਚ ਪ੍ਰਭੂ ਦਾ ਨਾਮ ਵਸਾ ਲਿਆ, ਉਹ ਫਿਰ ਪ੍ਰਮਾਤਮਾ ਨੂੰ ਸਦਾ ਹੀ ਆਪਣੇ ਹਜ਼ੂਰ, ਹਦੂਰ, ਅੰਗ ਸੰਗ ਵੇਖਦੇ ਨੇ। ਸਭਨਾਂ ਦੇ ਵਿੱਚ ਉਸ ਪ੍ਰਮਾਤਮਾ ਨੂੰ ਰਵਿਆ ਹੋਇਆ ਵੇਖਦੇ ਨੇ। ਜਹਾਂ ਜਾਓ ਤਹਾਂ ਵੇਖਾ ਸੋਏ, ਗੁਰ ਬਿਨ ਦਾਤਾ ਅਵਰ ਨਾ ਕੋਈ। ਉਹ ਜਿੱਧਰ ਜਾਂਦੇ ਨੇ ਉੱਧਰ ਹੀ ਪ੍ਰਮਾਤਮਾ ਨੂੰ ਵੇਖਦੇ ਨੇ, ਪਰ ਗੁਰੂ ਤੋਂ ਬਿਨਾਂ ਇਹ ਦਾਤ ਦੇਣ ਵਾਲਾ ਹੋਰ ਕੋਈ ਵੀ ਨਹੀਂ। ਪ੍ਰਮਾਤਮਾ ਦੇ ਨਾਮ ਦੀ ਦਾਤ ਸਾਨੂੰ ਗੁਰੂ ਹੀ ਬਖਸ਼ ਸਕਦਾ ਹੈ। ਗੁਰ ਸਾਗਰ ਪੂਰਾ ਭੰਡਾਰ, ਉੱਤਮ ਰਤਨ ਜਵਾਹਰ ਅਪਾਰ। ਗੁਰ ਪ੍ਰਸਾਦੀ ਦੇਵਨਹਾਰ, ਨਾਨਕ ਬਖਸ਼ੇ ਬਖਸ਼ਣਹਾਰ। हे ਨਾਨਕ, ਗੁਰੂ ਸਮੁੰਦਰ ਹੈ ਜਿਸ ਵਿੱਚ ਪ੍ਰਮਾਤਮਾ ਤੇ ਸਿਫਤ ਸਲਾਹ ਦੀ ਬੇਅੰਤ ਕੀਮਤੀ ਰਤਨ ਜਵਾਹਰ ਭਰੇ ਪਏ ਹਨ। ਜੀਵਾਂ ਦੀ ਬਖਸ਼ਿਸ਼ ਕਰਨ ਵਾਲਾ ਪ੍ਰਮਾਤਮਾ ਬਖਸ਼ਿਸ਼ ਕਰਦਾ ਹੈ, ਤਾਂ ਗੁਰੂ ਦੀ ਕਿਰਪਾ ਦੇ ਰਾਹੀਂ ਉਹ ਪ੍ਰਭੂ ਦਾ ਤਾਰ ਸਿਫਤ ਸਲਾਹ ਦੇ ਕੀਮਤੀ ਰਤਨ ਜਵਾਹਰ ਦਿੰਦਾ ਹੈ। ਜਿਸ ਜੀਵ ਤੇ ਉਸ ਪ੍ਰਮਾਤਮਾ ਦੀ ਕਿਰਪਾ ਹੋ ਜਾਏ, ਉਸ ਜੀਵ ਨੂੰ ਗੁਰੂ ਦੇ ਦਰਸ਼ਨ ਹੁੰਦੇ ਨੇ, ਗੁਰੂ ਦਾ ਮਿਲਾਪ ਹਾਸਲ ਹੁੰਦਾ ਹੈ, ਤੇ ਗੁਰੂ ਦੇ ਮਿਲਾਪ ਤੋਂ ਪ੍ਰਮਾਤਮਾ ਦੀ ਸਿਫਤ ਸਲਾਹ ਰੂਪੀ ਉਹ ਹੀਰੇ ਜਵਾਹਰਾਤ ਸਾਨੂੰ ਪ੍ਰਾਪਤ ਹੋ ਜਾਂਦੇ ਨੇ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 363ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੇ ਵਿੱਚ ਅਸੀਂ ਉਸ ਪੂੰਜੀ ਦੇ ਬਾਰੇ, ਉਸ ਸਰਮਾਏ ਦੇ ਬਾਰੇ 'ਚ ਜਾਣਿਆ ਜੋ ਕਿ ਨਾਮ ਧਨ ਹੈ। ਪ੍ਰਮਾਤਮਾ ਦੇ ਨਾਮ ਰੂਪੀ ਰਾਸ ਪੂੰਜੀ ਹੈ, ਜਿਹੜੀ ਸਾਡੇ ਜੀਵਨ ਦੇ ਵਿੱਚ ਸਾਨੂੰ ਆਨੰਦ ਦਾ ਸੌਦਾ ਖਰੀਦਣ ਦੇ ਵਿੱਚ ਸਹਾਈ ਹੁੰਦੀ ਹੈ। ਇਹ ਸਰਮਾਇਆ, ਇਹ ਪੂੰਜੀ ਸਾਨੂੰ ਗੁਰੂ ਪਾਸੋਂ ਹਾਸਲ ਹੁੰਦੀ ਹੈ। ਗੁਰੂ ਸਾਡੇ ਅੰਦਰ ਪ੍ਰਮਾਤਮਾ ਦੇ ਗੁਣਾਂ ਨੂੰ ਵਸਾਉਂਦਾ ਹੈ, ਪ੍ਰਮਾਤਮਾ ਦੀ ਵਡਮੁੱਲਤਾ ਦੇ ਬਾਰੇ ਦੇ ਵਿੱਚ ਸਾਨੂੰ ਜਾਣੂ ਕਰਵਾਉਂਦਾ ਹੈ, ਸਾਡੇ ਅੰਦਰ ਇਸ ਗੱਲ ਨੂੰ ਦ੍ਰਿੜ ਕਰਵਾਉਂਦਾ ਹੈ ਕਿ ਪ੍ਰਭੂ ਸਭ ਥਾਂ ਤੇ ਸਭਨਾਂ ਦੇ ਵਿੱਚ ਭਰਪੂਰ ਹੈ, ਵਸਦਾ ਹੈ। ਸੋ ਆਓ ਕੋਸ਼ਿਸ਼ ਕਰੀਏ
ਜਿੰਨਾ ਵੀ ਵੱਧ ਤੋਂ ਵੱਧ ਹੋ ਸਕੇ ਅਸੀਂ ਗੁਰੂ ਦੇ ਲੜ ਲੱਗੇ ਰਹੀਏ, ਗੁਰੂ ਦੀ ਬਾਣੀ ਦੇ ਨਾਲ ਜੁੜੇ ਰਹੀਏ। ਤੇ ਇੱਥੇ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ। ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।